ਸ੍ਰੀ ਅਕਾਲ ਜੀ। ਮੈਂ ਡਾਕਟਰ ਜੋਗਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਗੌਰਮੈਂਟ ਕਾਲਜ ਐਲਨਾਬਾਦ ਤੋਂ। ਸਾਡਾ ਅੱਜ ਦਾ ਵਿਸ਼ਾ BA ਭਾਗ ਪਹਿਲਾ ਦੇ ਪਹਿਲੇ ਸਮੈਸਟਰ ਵਿੱਚ ਲੱਗੇ ਹੋਏ ਕਵੀਆਂ ਦਿਆਲ ਚੰਦ ਮਿਗਲਾਨੀ ਦੀ ਜੀਵਨ ਰਚਨਾ ਤੇ ਉਹਨਾਂ ਦੀਆਂ ਕਵਿਤਾਵਾਂ ਦਾ ਅਧਿਐਨ ਹੈ। ਦਿਆਲ ਚੰਦ ਮਿਗਲਾਨੀ ਦਾ ਜਨਮ 1917 ਈਸਵੀ ਨੂੰ ਸ੍ਰੀ ਆਤਮਾ ਰਾਮ ਜੀ ਦੇ ਘਰ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ। ਇਹਨਾਂ ਦੀ ਵਿਦਿਅਕ ਯੋਗਤਾ ਮੈਟ੍ਰਿਕ ਅਤੇ ਗਿਆਨੀ ਹੈ ਤੇ ਪਾਕਿਸਤਾਨ ਬਣਨ ਤੋਂ ਬਾਅਦ ਇਹ ਪੱਕੇ ਤੌਰ ਤੇ ਰੋਹਤਕ ਵਿੱਚ ਆ ਕੇ ਵਸ ਗਏ ਸਨ। ਆਪ ਨੇ ਪੰਜਾਬੀ ਕਾਵਿ ਜਗਤ ਨੂੰ ਕਈ ਕਿਤਾਬਾਂ ਭੇਂਟ ਕੀਤੀਆਂ ਹਨ, ਜਿਵੇਂ ਤਿਲ ਫੁੱਲ, ਨਨਕਾਣੇ ਦਾ ਚੰਨ, ਬਲ ਵੇ ਦੀਵੜਿਆ, ਮੈਂ ਬਣਜਾਰਾ ਵਕਤ ਦਾ। ਉਹਨਾਂ ਨੂੰ ਹਰਿਆਣਾ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਿਆ ਹੈ। ਆਪ ਦੀ ਕਾਵਿ ਯਾਤਰਾ ਧਾਰਮਿਕ ਰੰਗਣ ਵਾਲੀ ਹੈ। ਇਸ ਤੋਂ ਮਗਰੋਂ ਆਪ ਨੇ ਸਮਾਜ ਅਤੇ ਮਨੁੱਖਤਾ ਦੀ ਪੀੜ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਗਟਾਇਆ ਹੈ। ਮਿਗਲਾਨੀ ਪੰਜਾਬੀ ਪਾਠਕਾਂ ਦਾ ਬਹੁਤ ਹੀ ਹਰਮਨ ਪਿਆਰਾ ਕਵੀ ਹੈ। ਆਪ ਇੱਕ ਸੁਹਿਰਦ ਕਵੀ ਸਨ, ਜਿਨ੍ਹਾਂ ਨੇ ਬੜੀ ਸਹਿਜ ਰੂਪ ਵਿੱਚ ਆਪਣੀ ਕਵਿਤਾ ਰਾਹੀਂ ਸਮਾਜਕ ਅਸੰਤੁਲਨ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਕੀਤਾ ਹੈ। ਕਵੀ ਨੇ ਆਪਣੀ ਉਮਰ ਦੇ ਅਜਾਈਂ ਢਲ ਜਾਣ ਦੀ ਵੇਦਨਾ ਅਤੇ ਅਤੀਤ ਦੀਆਂ ਸੁਗੰਧੀਆਂ ਪ੍ਰਤੀ ਉਦਰੇਵਾਂ ਆਪਣੀ ਗਜ਼ਲਾਂ ਵਿੱਚ ਪੇਸ਼ ਕੀਤਾ ਹੈ, ਜਿਵੇਂ ਸਮੇਂ ਦਾ ਗੇੜ ਹੈ ਅੱਜ ਤੇਰੇ ਸਿਰ 'ਚੋਂ ਦਿਓ ਨਿਕਲੇ, ਉਜਾਲੇ ਮੈਂ ਵੀ ਸਾਂ ਵੰਡਦਾ ਕਦੇ ਜਨਾਬ ਦੇ ਵਾਂਗ। ਉਹਨਾਂ ਦੀ ਇੱਕ ਕਵਿਤਾ ਮੈਂ ਕਿਹੜਾ ਗੀਤ ਸੁਣਾਵਾਂ ਵਿੱਚ ਕਵੀ ਜ਼ਿੰਦਗੀ ਦੇ ਅੰਤਮ ਬਿੰਦੂ ਉੱਪਰ ਪਹੁੰਚ ਕੇ ਉਸ ਮਨੋਦਸ਼ਾ ਨੂੰ ਬਿਆਨ ਕਰਦਾ ਹੈ ਜੋ ਕਿਸੇ ਤਰ੍ਹਾਂ ਦਾ ਫੈਸਲਾ ਕਰਨ ਦੇ ਅਸਮਰੱਥ ਹੈ। ਜਿਵੇਂ ਲਿਖਦਾ ਹੈ ਕਿ ਉਹਦੀ ਲੋ ਵੀ ਮੈਂ ਦੀ ਟੋਟ ਜਿਹੀ, ਉਹਦੀ ਸੁਰ ਦਾ ਜਾਮ ਵੀ ਊਣਾ, ਜਿਸ ਸਾਜ ਨੂੰ ਤੇੜਾਂ ਪੈ ਗਈਆਂ, ਉਹਦੀ ਤਾਰ ਕਿਵੇਂ ਟੁਣਕਾਵਾਂ, ਮੈਂ ਕਿਹੜਾ ਗੀਤ ਸੁਣਾਵਾਂ। ਮਿਗਲਾਨੀ ਦੀਆਂ ਕਵਿਤਾਵਾਂ ਸਮਾਜਕ ਅਤੇ ਧਾਰਮਿਕ ਰੰਗਤ ਵਾਲੀਆਂ ਹੋਣ ਕਰਕੇ ਇਹਨਾਂ ਨੂੰ ਪਾਠ ਪੁਸਤਕਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਸਿਲੇਬਸ ਵਿੱਚ ਉਹਨਾਂ ਦੀ ਇੱਕ ਗਜ਼ਲ ਜਿਹੜੀ ਹੈ ਉਹ ਲੱਗੀ ਹੋਈ ਹੈ। ਉਸ ਗਜ਼ਲ ਦਾ ਪਹਿਲਾ ਸ਼ੇਰ ਹੈ ਕਿ ਰਸੀਲੇ ਗੀਤ ਮੇਰੇ ਖਿੰਡ ਗਏ ਨੇ ਖਾਬ ਦੇ ਵਾਂਗ, ਕਲਮ ਦੀ ਉਮਰ ਵੀ ਹੁਣ ਢਲ ਗਈ ਸ਼ਰਾਬ ਦੇ ਵਾਂਗ। ਇਸ ਵਿੱਚ ਕਵੀ ਕਹਿੰਦਾ ਹੈ ਕਿ ਮੇਰੇ ਦਿਲ ਦੀ ਅਵਸਥਾ ਬਾਰੇ ਕਿਸੇ ਨੇ ਵੀ ਕੋਈ ਚਿੰਤਾ ਨਹੀਂ ਕੀਤੀ ਤੇ ਮੇਰੇ ਮਿੱਠੇ ਮਿੱਠੇ ਤੇ ਰਸ ਭਰਪੂਰ ਜਿਹੜੇ ਗੀਤ ਸਨ ਉਹ ਸੁਪਨਿਆਂ ਵਾਂਗ ਖਿੰਡਰ ਪੁੰਡਰ ਗਏ ਹਨ। ਅੱਗੇ ਲਿਖਦੇ ਨੇ ਕਿ ਕਿਸੇ ਨਾ ਗੋਲਿਆ ਹਿਰਦਾ ਨਾ ਫੋਲਿਆ ਮੇਰਾ, ਪਿਆ ਹਾਂ ਰੈਕ ਦੇ ਵਿੱਚ ਅਣਪੜ੍ਹੀ ਕਿਤਾਬ ਦੇ ਵਾਂਗ। ਕਵੀ ਕਹਿ ਰਿਹਾ ਹੈ ਕਿ ਹੁਸਨ, ਜਵਾਨੀ, ਪਰਛਾਵੇਂ ਇਹ ਢਲ ਜਾਣ ਵਾਂਗ ਮੇਰੀ ਕਲਮ ਵੀ ਹੁਣ ਜਿਹੜੀ ਹੈ ਬੇਸ਼ੱਕ ਬੁੱਢੀ ਹੋ ਗਈ ਹੈ, ਪਰ ਮੈਂ ਤਾਂ ਹੁਣ ਜਿਹੜਾ ਹੈ ਇੱਕ ਰੈਕ ਵਿੱਚ ਪਈ ਉਸ ਕਿਤਾਬ ਵਾਂਗ ਹਾਂ ਜਿਸ ਨੂੰ ਕਦੇ ਕਿਸੇ ਨੇ ਹੱਥ ਵੀ ਨਹੀਂ ਲਾਇਆ ਤੇ ਨਾ ਜਿਸ ਨੂੰ ਕਦੇ ਪੜ੍ਹਿਆ ਹੋਵੇ। ਤਾਂ ਕਵੀ ਆਪਣੀ ਉਸ ਦਿਲ ਦੀ ਅਵਸਥਾ ਨੂੰ ਜਿਹੜਾ ਹੈ ਬਿਆਨ ਕਰਦਾ ਹੈ, ਜਿਸ ਵਿੱਚ ਸਾਰੀ ਉਮਰ ਅਜਾਈਂ ਢਲਣ ਦੀ ਇੱਕ ਵੇਦਨਾ ਪ੍ਰਗਟ ਹੁੰਦੀ ਹੈ। ਅੱਗੇ ਲਿਖਦੇ ਨੇ ਕਿ ਉਹ ਸਿਰਫ ਦਾਗ ਹੈ ਹੁਣ ਇਤਰ ਦਾ, ਗਈ ਖੁਸ਼ਬੂ ਕਦੇ ਸੁਗੰਧ ਲੁਟਾਉਂਦਾ ਸੀ ਜੋ ਗੁਲਾਬ ਦੇ ਵਾਂਗ। ਕਵੀ
ਦਿਆਲ ਚੰਦ ਮਿਗਲਾਨੀ ਕਹਿੰਦਾ ਹੈ ਕਿ ਮੇਰੇ ਸਰੀਰ ਵਿੱਚੋਂ ਕਦੇ ਇਤਰ ਦੀ ਸੁਗੰਧ ਮਹਿਕਾਂ ਖਿਲਾਰਦੀ ਸੀ, ਪਰ ਹੁਣ ਉਹ ਸੁਗੰਧ ਵੀ ਉੱਡ ਗਈ ਹੈ। ਉਹ ਦਿਨ ਵੀ ਸਨ ਜਦੋਂ ਮੈਂ ਗੁਲਾਬ ਦੇ ਫੁੱਲ ਵਾਂਗ ਆਪਣੀਆਂ ਮਹਿਕਾਂ ਵੰਡਿਆ ਕਰਦਾ ਸੀ, ਤੇ ਜਵਾਨੀ ਉਹ ਸੁਗੰਧ ਹੁੰਦੀ ਹੈ ਜੋ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਅੱਗੇ ਲਿਖਦੇ ਨੇ ਕਿ ਸਮੇਂ ਦਾ ਗੇੜ ਹੈ ਅੱਜ ਤੇਰੇ ਸਿਰ ਚੋਂ ਦਿਓ ਨਿਕਲੇ, ਉਜਾਲੇ ਮੈਂ ਵੀ ਸਾਂ ਵੰਡਦਾ ਕਦੇ ਜਨਾਬ ਦੇ ਵਾਂਗ। ਇਸ ਸ਼ੇਰ ਦੇ ਵਿੱਚ ਕਵੀ ਆਪਣੀ ਕਿਸੇ ਪ੍ਰੇਮਿਕਾ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ ਕਿ ਇਹ ਸਭ ਸਮੇਂ ਦਾ ਗੇੜ ਹੈ ਕਿ ਅੱਜ ਸ਼ਾਇਰੀ ਦਾ ਸੂਰਜ ਤੇਰੇ ਮੱਥੇ ਉੱਤੇ ਆ ਬਿਰਾਜਮਾਨ ਹੋਇਆ ਹੈ, ਪਰ ਕੋਈ ਸਮਾਂ ਸੀ। ਲਿਖਦਾ ਨਾ ਕਿ ਉਜਾਲੇ ਮੈਂ ਵੀ ਸਾਂ ਵੰਡਦਾ ਕਦੇ ਜਨਾਬ ਦੇ ਵਾਂਗ, ਕਿ ਪਰ ਕੋਈ ਸਮਾਂ ਸੀ ਜਦੋਂ ਮੈਂ ਵੀ ਤੇਰੇ ਵਾਂਗ ਰੋਸ਼ਨੀਆਂ ਵੰਡਦਾ ਹੁੰਦਾ ਸੀ। ਤੇ ਪਤਾ ਨਹੀਂ ਹੁਣ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਇਹ ਕੈਸੀ ਓੜ ਕਿ ਹੋਠਾਂ ਦੇ ਝੜ ਗਏ ਹਾਸੇ, ਇਹ ਕੈਸੀ ਓੜ ਕਿ ਹੋਠਾਂ ਦੇ ਝੜ ਗਏ ਹਾਸੇ, ਇਹ ਕੈਸੀ ਵਰਖਾ ਕਿ ਹੰਝੂ ਵਗਣ ਜਨਾਬ ਦੇ ਵਾਂਗ। ਇਹ ਕੈਸੀ ਵਰਖਾ ਕਿ ਹੰਝੂ ਵਗਣ ਜਨਾਬ ਦੇ ਵਾਂਗ। ਕਵੀ ਕਹਿੰਦਾ ਹੈ ਕਿ ਹੁਣ ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਂ ਆ ਗਿਆ ਹੈ ਕਿ ਮੇਰੇ ਹੋਠਾਂ ਤੋਂ ਵੀ ਹਾਸੇ ਜਿਹੜੇ ਨੇ ਉਹ ਉਡਾਰੀ ਮਾਰ ਗਏ ਨੇ, ਤੇ ਹੁਣ ਤਾਂ ਇਹਨਾਂ ਅੱਖਾਂ ਵਿੱਚ ਮੀਂਹ ਵਾਂਗ ਜਾਂ ਚਨਾਬ ਜਿਹੜਾ ਦਰਿਆ ਹੈ ਉਸ ਵਾਂਗ ਹੰਝੂਆਂ ਦੀ ਸਿਰਫ ਝੜੀ ਹੀ ਲੱਗੀ ਰਹਿੰਦੀ ਹੈ। ਅੱਗੇ ਕਵੀ ਲਿਖਦਾ ਕਿ ਨਿਢਾਲ ਵਲਵਲੇ ਹੁਣ ਜੋਸ਼ ਨੂੰ ਵੀ ਹੋਸ਼ ਨਹੀਂ, ਬੁਰੀ ਹੈ ਟੋਟ ਜਵਾਨੀ ਦੀ ਵੀ ਸ਼ਰਾਬ ਦੇ ਵਾਂਗ। ਕਵੀ ਦਿਆਲ ਚੰਦ ਮਿਗਲਾਨੀ ਇਸ ਸ਼ੇਰ ਵਿੱਚ ਕਹਿੰਦੇ ਨੇ ਕਿ ਹੁਣ ਤਾਂ ਮੇਰੇ ਵਲਵਲੇ ਵੀ ਥੱਕ ਟੁੱਟ ਕੇ ਕਮਜ਼ੋਰ ਪੈ ਗਏ ਹਨ, ਮੇਰੇ ਸਰੀਰ ਵਿੱਚ ਹੁਣ ਜਵਾਨੀ ਵਾਲਾ ਜੋਸ਼ ਵੀ ਨਹੀਂ ਰਿਹਾ, ਮੇਰੇ ਹੋਸ਼ ਹਵਾਸ ਵੀ ਉੱਡ ਚੁੱਕੇ ਹਨ। ਬੁਢਾਪੇ ਵਿੱਚ ਮੁੜ ਕੇ ਜਵਾਨ ਹੋਣ ਦੀ ਲਾਲਸਾ ਵੀ ਮਨੁੱਖ ਦੇ ਵਿੱਚ ਉਸੇ ਤਰ੍ਹਾਂ ਮੌਜੂਦ ਰਹਿੰਦੀ ਹੈ ਜਿਵੇਂ ਮਨੁੱਖ ਨੂੰ ਸ਼ਰਾਬ ਦੀ ਲਾਲਸਾ ਰਹਿੰਦੀ ਹੈ, ਤੇ ਇਸ ਸ਼ਰਾਬ ਦੇ ਨਸ਼ੇ ਵਾਂਗ ਜਵਾਨੀ ਦੀ ਟੋਟ ਵੀ ਬਹੁਤ ਬੁਰੀ ਹੁੰਦੀ ਹੈ। ਦਿਆਲ ਚੰਦ ਮਿਗਲਾਨੀ ਦੀ ਅਗਲੀ ਜਿਹੜੀ ਕਵਿਤਾ ਹੈ ਉਹ ਮੈਂ ਕਿਹੜਾ ਗੀਤ ਸੁਣਾਵਾਂ। ਇਸ ਕਵਿਤਾ ਵਿੱਚ ਕਵੀ ਨੇ ਬਚਪਨ, ਜਵਾਨੀ ਤੇ ਬੁਢਾਪਾ ਇਹਨਾਂ ਤਿੰਨਾਂ ਅਵਸਥਾਵਾਂ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਹੈ। ਦਿਆਲ ਚੰਦ ਮਿਗਲਾਨੀ ਦੀ ਇਸ ਕਵਿਤਾ ਰਾਹੀਂ ਜ਼ਿੰਦਗੀ ਦੇ ਉਹ ਤਿੰਨ ਪੜਾਅ ਜਿਹੜੇ ਹੈ ਪੇਸ਼ ਹੋਏ ਮਿਲਦੇ ਨੇ। ਕਵੀ ਲਿਖਦਾ ਹੈ ਕਿ ਉਹ ਗੀਤ ਸੁਣਨ ਦੇ ਚਾਹਵਾਨੋਂ ਮੈਂ ਕਿਹੜਾ ਗੀਤ ਸੁਣਾਵਾਂ, ਜੋ ਗੀਤ ਕੁਆਰੇ ਲਿਖੇ ਸਨ ਸਭ ਚੜ੍ਹ ਗਏ ਉਮਰ ਦੇ ਖਾਰੇ, ਕੁਝ ਹੰਝੂ ਬਣ ਕੇ ਵਹਿ ਗਏ, ਕੁਝ ਬੁੱਝ ਗਏ ਵਾਂਗ ਸ਼ਰਾਰੇ, ਰਲ ਗਏ ਸਮੇਂ ਦੀਆਂ ਧੂੜਾਂ ਵਿੱਚ ਨਾ ਪਤਾ ਤੇ ਨਾ ਸਰਨਾਵਾਂ, ਮੈਂ ਕਿਹੜਾ ਗੀਤ ਸੁਣਾਵਾਂ। ਕਵੀ ਕਹਿੰਦਾ ਹੈ ਕਿ ਮੈਂ ਬਚਪਨ ਵਿੱਚ ਜਿਹੜੇ ਗੀਤ ਲਿਖੇ ਸਨ ਉਹ ਉਮਰਾਂ ਦੇ ਲੇਖੇ ਲੱਗ ਗਏ ਹਨ, ਤੇ ਇਹਨਾਂ ਵਿੱਚੋਂ ਕੁਝ ਗੀਤ ਜਿਹੜੇ ਹੰਝੂ ਬਣ ਕੇ ਜਾਂ ਹੰਝੂਆਂ ਦੀ ਝੜੀ ਬਣ ਕੇ ਵਹਿ ਗਏ ਹਨ, ਤੇ ਕੁਝ ਅੱਗ ਦੀਆਂ ਲਪਟਾਂ ਉੱਪਰ ਉੱਠ ਕੇ ਬੁੱਝ ਗਏ ਹਨ। ਜਿਵੇਂ ਅੱਗ ਮੱਚਦੀ ਹੈ ਤੇ ਸ਼ਰਾਰੇ ਦੂਰ ਡਿੱਗਦੇ ਨੇ ਤੇ ਡਿੱਗਣ ਸਾਰ ਬੁੱਝ ਜਾਂਦੇ ਨੇ, ਤਾਂ ਇੱਥੇ ਪ੍ਰਤੀਕਾਤਮਕ ਵਰਤਦਿਆਂ ਹੋਇਆਂ ਕਵੀ ਕਹਿੰਦਾ ਹੈ ਕਿ ਕੁਝ ਗੀਤ ਮੇਰੇ ਅੱਗ ਦੀਆਂ ਲਪਟਾਂ ਵਾਂਗ ਉੱਪਰ ਉੱਠ ਕੇ ਬੁੱਝ ਗਏ ਹਨ। ਹੁਣ ਇਹ ਸਾਰੇ ਗੀਤ ਰਲ ਗਏ ਸਮੇਂ ਦੀਆਂ ਧੂੜਾਂ ਵਿੱਚ, ਨਾ ਪਤਾ ਤੇ ਨਾ ਸਰਨਾਵਾਂ। ਕਵੀ ਲਿਖਦਾ ਹੈ ਕਿ ਇਹ ਸਾਰੇ ਗੀਤ ਸਮੇਂ ਦੀ ਧੂੜ ਵਿੱਚ ਰਲ ਕੇ ਗਵਾਚ ਗਏ ਹਨ। ਇਹਨਾਂ ਗੀਤਾਂ ਦਾ ਹੁਣ ਕੋਈ ਥਹੁ ਪਤਾ ਨਹੀਂ ਹੈ, ਤੇ ਇਸ ਲਈ ਇਹਨਾਂ ਨੂੰ ਹੁਣ ਲੱਭਣਾ ਬੜਾ ਅਸੰਭਵ ਹੈ, ਬਹੁਤ ਔਖਾ ਹੈ। ਤੇ ਗੀਤ ਸੁਣਨ ਦੇ ਚਾਹਵਾਨੋਂ ਮੈਂ ਕਿਹੜਾ ਗੀਤ ਸੁਣਾਵਾਂ
ਕਿ ਹੁਣ ਤੁਹਾਨੂੰ ਮੈਂ ਕਿਹੜਾ ਗੀਤ ਸੁਣਾ ਸਕਦਾ ਹਾਂ। ਅਗਲੇ ਬੰਦ ਵਿੱਚ ਲਿਖਿਆ ਹੈ ਕਿ ਇੱਕ ਗੀਤ ਦਾ ਸੁੰਦਰ ਮੁਖੜਾ ਹੈ ਜਿਹਦੇ ਗਲ ਵਿੱਚ ਇਸ਼ਕ ਦੀ ਗਾਨੀ, ਖਾਬਾਂ ਦੇ ਮਹਿਲ ਵਿੱਚ ਰਹਿੰਦੀ ਹੈ ਉਸ ਗੀਤ ਦੀ ਐਲ ਜਵਾਨੀ। ਕਵੀ ਲਿਖਦਾ ਹੈ ਕਿ ਮੈਂ ਜਵਾਨੀ ਵੇਲੇ ਜਿਹੜੇ ਗੀਤ ਲਿਖੇ ਸਨ ਉਹ ਬਹੁਤ ਸੁੰਦਰ ਸਨ। ਉਹਨਾਂ ਗੀਤਾਂ ਦੇ ਗਲ ਵਿੱਚ ਇਸ਼ਕ ਦੀ ਗਾਨੀ ਪਾਈ ਹੋਈ ਸੀ। ਖਾਬਾਂ ਦੇ ਮਹਿਲ ਵਿੱਚ ਰਹਿੰਦੀ ਹੈ ਉਸ ਗੀਤ ਦੀ ਐਲ ਜਵਾਨੀ। ਇਹ ਜੋ ਗੀਤ ਮੈਂ ਲਿਖਿਆ ਹੈ ਇਸ ਦੀ ਐਲ ਜਵਾਨੀ ਸੁਪਨਿਆਂ ਦੇ ਮਹਿਲ ਵਿੱਚ ਰਹਿੰਦੀ ਹੈ, ਪਰ ਪੈਰ ਨਾ ਉਸਦੇ ਧਰਤੀ ਤੇ ਐਵੇਂ ਭਖਦਾ ਫਿਰੇ ਹਵਾਵਾਂ। ਕਵੀ ਲਿਖਦਾ ਹੈ ਕਿ ਪਰ ਉਸਦੇ ਪੈਰ ਧਰਤੀ ਉੱਤੇ ਨਹੀਂ ਸਨ ਟਿਕਦੇ, ਸਗੋਂ ਉਹ ਤਾਂ ਧਰਤੀ ਤੋਂ ਉੱਚਾ ਹਵਾ ਵਿੱਚ ਉੱਡਦਾ ਫਿਰਦਾ ਸੀ। ਹੁਣ ਤੁਸੀਂ ਵੀ ਦੱਸੋ, ਦੇਖੋ ਕਿ ਮੈਂ ਕਿਹੜਾ ਗੀਤ ਸੁਣਾਵਾਂ। ਇੱਕ ਗੀਤ ਦੀ ਧੁਨ ਕੁਝ ਧੁੰਦਲੀ ਹੈ ਅਤੇ ਤਾਲ ਵੀ ਤੋਲ ਵੀ ਹੋਣਾ। ਕਵੀ ਕਹਿੰਦਾ ਹੈ ਕਿ ਹੁਣ ਤੁਸੀਂ ਹੀ ਦੱਸੋ ਕਿ ਮੈਂ ਤੁਹਾਨੂੰ ਕਿਹੜਾ ਗੀਤ ਸੁਣਾਵਾਂ। ਮੇਰਾ ਇੱਕ ਗੀਤ ਕੁਝ ਧੁੰਦਲਾ ਜਿਹਾ ਹੈ ਅਤੇ ਉਸ ਦਾ ਜਿਹੜਾ ਤਾਲ ਜਾਂ ਸੁਰ ਹੈ ਉਹ ਵੀ ਕੁਝ ਵੀ ਨਹੀਂ ਹੈ। ਅਗਲੇ ਬੰਦ ਵਿੱਚ ਕਵੀ ਲਿਖਦਾ ਹੈ ਕਿ ਉਹਦੀ ਲੋ ਵੀ ਮੈਂ ਦੀ ਟੋਟ ਜਿਹੀ, ਉਹਦੀ ਸੁਰਦਾ ਜਾਮ ਵੀ ਹੋਣਾ। ਕਵੀ ਇਸ ਬੰਦ ਵਿੱਚ ਬੁਢਾਪੇ ਦਾ ਜ਼ਿਕਰ ਕਰਦਾ ਹੈ ਕਿ ਬੁਢਾਪੇ ਵੇਲੇ ਜਿਹੜੇ ਗੀਤ ਲਿਖੇ ਸਨ ਉਹਨਾਂ ਗੀਤਾਂ ਦੀ ਧੁਨ, ਸੁਰ ਜਾਂ ਤਾਲ ਹੁਣ ਫਿੱਕੀ ਪੈ ਗਈ ਹੈ। ਉਹਦੀ ਸੁਰਦਾ ਜਾਮ ਵੀ ਹੋਣਾ। ਇਹਨਾਂ ਗੀਤਾਂ ਦੀ ਰੋਸ਼ਨੀ ਇੰਝ ਹੈ ਜਿਵੇਂ ਕਿਸੇ ਸ਼ਰਾਬੀ ਦੀ ਟੋਟ ਹੋਵੇ। ਉਸ ਦੀ ਸ਼ਰਾਬ ਦਾ ਪਿਆਲਾ ਵੀ ਪੂਰੀ ਤਰ੍ਹਾਂ ਭਰਿਆ ਹੋਇਆ ਨਹੀਂ ਹੈ। ਅੱਗੇ ਲਿਖਦੇ ਨੇ ਕਿ ਜਿਸ ਸਾਜ਼ ਨੂੰ ਤੇੜਾਂ ਪੈ ਗਈਆਂ ਉਹਦੀ ਤਾਰ ਕਿਵੇਂ ਟਣਕਾਵਾਂ, ਮੈਂ ਕਿਹੜਾ ਗੀਤ ਸੁਣਾਵਾਂ। ਕਵੀ ਦਿਆਲ ਚੰਦ ਮਿਗਲਾਨੀ ਲਿਖਦੇ ਹਨ ਕਿ ਉਸ ਦੇ ਸੰਗੀਤ ਦੇ ਸਾਜ਼ ਵੀ ਟੁੱਟੇ ਭੱਜੇ ਹਨ। ਅਤੇ ਹੁਣ ਤੁਸੀਂ ਹੀ ਦੱਸੋ ਕਿ ਉਸ ਟੁੱਟੇ ਹੋਏ ਸਾਜ਼ ਦੀ ਧੁਨ ਨੂੰ ਕਿਵੇਂ ਟੁਣਕਾਇਆ ਜਾ ਸਕਦਾ ਹੈ ਜਾਂ ਉਸ ਧੁਨ ਨੂੰ ਕਿਵੇਂ ਟੁਣਕਾਈ ਜਾਵੇ। ਹੁਣ ਤੁਸੀਂ ਹੀ ਦੱਸੋ ਕਿ ਮੈਂ ਤੁਹਾਨੂੰ ਕਿਹੜਾ ਗੀਤ ਸੁਣਾਵਾਂ, ਕਿਉਂਕਿ ਹੁਣ ਮੈਂ ਬੁਢਾਪੇ ਦੇ ਗੀਤ ਵੀ ਨਹੀਂ ਗਾ ਸਕਦਾ। ਕਵੀ ਦਿਆਲ ਚੰਦ ਮਿਗਲਾਨੀ ਦੀਆਂ ਕਵਿਤਾਵਾਂ ਬਹੁਤ ਹੀ ਸਿੱਖਿਆਦਾਇਕ ਹਨ ਅਤੇ ਸਮੁੱਚੇ ਤੌਰ 'ਤੇ ਅਗਰ ਦੇਖਿਆ ਜਾਵੇ, ਕਿਹਾ ਜਾਵੇ ਕਿ ਆਪ ਹਰਿਆਣਾ ਦੇ ਪ੍ਰਸਿੱਧ ਪੰਜਾਬੀ ਕਵੀ ਸਨ। ਆਪ ਦੀਆਂ ਕਾਵਿ ਕਿਰਤਾਂ ਪਾਠਕਾਂ ਨੂੰ ਸਦਾ ਆਨੰਦ ਦਿੰਦੀਆਂ ਹਨ। ਅਤੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦਾ ਇਹ ਪਹਿਰੇਦਾਰ ਦਿਆਲ ਚੰਦ ਮਿਗਲਾਨੀ 1986 ਵਿੱਚ ਸਾਨੂੰ ਸਦਾ ਲਈ ਵਿਛੋੜਾ ਦੇ ਕੇ ਜਾ ਚੁੱਕਿਆ ਸੀ। ਬਹੁਤ ਬਹੁਤ ਧੰਨਵਾਦ।